संगत जी वाहिगुरू जी का खालसा वाहिगुरू जी की फतेह। इस वेले असीं पहुंचे हैं नबीआबाद पिंड करनाल दे विखे और इत्थे जिहड़ा बाबा जगदीश सिंह जी जिहड़े कि सन 1999 दे विच चढ़ाई कर गए सन, उन्हां दी याद दे विच उन्हां दीयां प्रेम वालियां संगतां जिहड़ियां ने वो सारियां रल मिल के उन्हां दी याद दे विच समागम मनाउंदियां ने। तो अज असी इस समागम दे विच हाज़री भरी है। इत्थे दा व्यू तुसीं देख सकते हो, बहुत सोहना व्यू है पिछे दा, बहुत सोहना। जिथे भी नज़र जाती है उत्थे खेत ही खेत ने। सो आओ तुहानूं अज समागम की जिहड़ी अपडेट देवांगे। बाबा जगदीश सिंह जी नाम जपण वाले संत महापुरुष सन और वो डॉक्टर भी सन। उन्होंने बहुत सारे परिवारां नूं निष्काम दवाइयां दे के फ्री दवाइयां दे के उन्होंने ठीक किया। गुरु साहब का स्वरूप जिहड़ा पंडाल दे विच लिया जा रहा है। चरण कमल बसै मेरे चिता, नानक एक करे अरदास, बिसर नाही पूरण गुणदास। सतनाम श्री वाहेगुरु साहिब जी। राग तनासरी बाणी भगत कबीर जी की, एक ओंकार सतगुर प्रसाद। सनक सनंद हमेश समाना, सेठ नाग तेरो मरम ना जाना। सत संगत राम हृदय बसाई, सनक सनंद महेश समाना। ਇਹ ਜਦੋਂ ਅਸੀਂ ਆਨੇ ਆ ਸ਼ੁਰੂਆਤੀ ਤੌਰ ਦੇ ਵਿੱਚ ਇੱਥੇ ਗੁਰੂ ਨਾਨਕ ਦੇਵ ਹਾਈ ਸਕੂਲ ਨਬੀਆਬਾਦ ਜਿਹੜਾ ਕਿ ਸਕੂਲ ਵੀ ਚੱਲ ਰਿਹਾ ਇੱਥੇ, ਔਰ ਫਿਲਹਾਲ ਅੱਜ ਸਮਾਗਮ ਹੋਣ ਕਰਕੇ ਇੱਥੇ ਜਿਹੜਾ ਸਕੂਲ ਦੇ ਵਿੱਚ ਹੀ ਪਾਰਕਿੰਗ ਦਾ ਪ੍ਰੋਗਰਾਮ ਬਣਾ ਦਿੱਤਾ ਗਿਆ। ਇੱਥੇ ਜਿਹੜਾ ਪਾਰਕਿੰਗ ਦਾ ਪ੍ਰੋਗਰਾਮ ਬਣਾ ਦਿੱਤਾ ਹੈ, ਗੱਡੀਆਂ ਬਾਈਕਾਂ ਇਸ ਪਾਸੇ ਨੇ, ਗੱਡੀਆਂ ਉਸ ਪਾਸੇ ਨੇ। ਸੇਵਾਦਾਰ ਆਪਣੀਆਂ ਸੇਵਾਵਾਂ ਤੇ ਲੱਗੇ ਹੋਏ ਹਨ। ਇਸ ਸਥਾਨ ਤੋਂ ਅੱਗੇ ਜਿਹੜਾ ਗੱਡੀਆਂ ਨਹੀਂ ਜਾਣ ਦੇ ਰਹੇ। ਔਰ ਇੱਥੇ ਤੁਸੀਂ ਦੇਖ ਸਕਦੇ ਹੋ, ਇੱਥੇ ਸਟਾਲ ਲਾਏ ਆ। ਜਿਹੜੇ ਦੂਰ ਦਰਾਡੇ ਤੋਂ ਲੋਕ ਆਉਂਦੇ ਆ ਉਹਨਾਂ ਨੇ ਆ ਕੇ ਇੱਥੇ ਸਟਾਲ ਲਗਾਏ ਆ। ਇੱਥੇ ਸਟਾਲ ਵੀ ਲੱਗ ਰਿਹਾ, ਬਾਜ਼ਾਰ ਲੱਗ ਰਿਹਾ ਇੱਥੇ। ਔਰ ਉੱਥੇ ਗੱਡੀਆਂ ਖੜੀਆਂ ਕਰਕੇ ਸੰਗਤਾਂ ਪੈਦਲ ਰਾਹੀ ਜਿਹੜੀ ਆ ਸਾਹਮਣੇ ਗੁਰਦੁਆਰਾ ਸਾਹਿਬ ਵੱਲ ਜਾ ਰਹੀਆਂ ਹਨ। ਬੱਚਿਆਂ ਦੇ ਖੇਡਣ ਦੇ ਲਈ ਇੱਥੇ ਟਰੈਂਪੋਲਿਨ ਜੰਪਿੰਗ ਜਿਹੜੀ ਆ ਉਹ ਵੀ ਲਗਾਈ ਗਈ ਆ। ਸੋ ਇਹ ਮੇਲਾ ਲੱਗਦਾ ਪੂਰਾ ਸਮਝ ਲਓ ਉਹਨਾਂ ਦੀ ਬਰਸੀ ਦੇ ਵਿੱਚ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ, ਹਰਿਆਣਾ, पंजाब, दिल्ली, यूपी
यूपी ਦੇ ਵਿੱਚ ਵੀ ਬਾਬਾ ਜੀ ਦੇ ਬਹੁਤ ਪ੍ਰੇਮ ਵਾਲੀਆਂ ਰੂਹਾਂ ਉੱਥੇ ਹੈਗੀਆਂ ਨੇ। ਇਹ ਸਾਰਾ ਉੱਥੇ ਤੱਕ ਜਿਹੜਾ ਬਾਜ਼ਾਰ ਲੱਗਾ ਹੋਇਆ, ਆ ਬਾਜ਼ਾਰ ਲੱਗਾ ਹੋਇਆ। ਸਰਵਲੋ ਦੇ ਭਾਂਡਿਆਂ ਦਾ ਸਟਾਲ ਲੱਗਿਆ ਇੱਥੇ। ਜਿਨ੍ਹਾਂ ਨੇ ਵੀ ਸਰਵਲੋ ਦੇ ਭਾਂਡੇ ਖਰੀਦਣੇ ਹੁੰਦੇ ਆ ਉਹ ਇੱਥੋਂ ਖਰੀਦ ਲੈਂਦੇ ਹਨ ਜੀ। ਬਾਹਰੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਇੱਥੇ ਜੋੜਾ ਘਰ ਬਣਾਇਆ ਗਿਆ। ਜਿੰਨੀ ਵੀ ਸੰਗਤ ਚੱਲ ਕੇ ਆਉਂਦੀ ਹੈ ਉਹ ਇੱਥੇ ਜੋੜਾ ਘਰ ਦੇ ਵਿੱਚ ਆਪਣੇ ਜੋੜੇ ਉਤਾਰਦੀ ਹੈ ਅਤੇ ਫਿਰ ਦਰਸ਼ਨਾਂ ਨੂੰ ਜਾਂਦੀ ਹੈ। ਜੋੜੇ ਘਰ ਦੇ ਵਿੱਚ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਵੱਖ-ਵੱਖ ਇਲਾਕਿਆਂ ਤੋਂ ਆਏ ਨੇ। ਗੁਰਸਿੱਖੀ ਦੇ ਵਿੱਚ ਜੋੜੇ ਘਰ ਦੀ ਸੇਵਾ ਨੂੰ ਬੜੀ ਮਾਨਤਾ ਦਿੱਤੀ ਗਈ ਹੈ। ਪ੍ਰਬੰਧਕਾਂ ਵੱਲੋਂ ਜੋੜਾ ਘਰ ਬਣਾਇਆ ਗਿਆ ਔਰ ਇਹ ਸੇਵਾ ਨਿਭਾਈ ਜਾ ਰਹੀ ਹੈ। ਜੋੜਾ ਝਾੜਨਾ, ਜੋੜੇ ਦੀ ਸੇਵਾ ਕਰਨੀ ਆ, ਮਨ ਦੀ ਮੈਲ ਵੀ ਦੂਰ ਹੁੰਦੀ ਹੈ ਜੀ। ਉਹਦੇ ਵਿੱਚ ਪਹੁੰਚ ਗਿਆ ਤੇ ਹੁਣ ਸਾਧਕ ਜਿਹੜਾ ਸਾਧੂ ਛੋਟਾ ਥੋੜਾ ਸੁਖਦੇਵ ਮੁਨੀ, ਉਹਨੇ ਕਿਤੇ ਸੁਣਿਆ ਵੀ ਜਿਹੜਾ ਜਨਕ ਹੈ ਨਾ ਉਹ ਬੜਾ ਵੱਡਾ ਬ੍ਰਹਮ ਗਿਆਨੀ ਹੈ। ਹੁਣ ਬੰਦੇ ਨੂੰ ਫਿਰ ਇਹ ਵੀ ਹੁੰਦਾ ਹੀ ਹੈ, ਅੱਜ ਇਹ ਉਦੋਂ ਤੋਂ ਚੱਲਦਾ ਤੇ ਅੱਜ ਹੁਣ ਤੇ ਸਗੋਂ ਜ਼ਿਆਦਾ ਵੱਧ ਗਿਆ। ਮੇਰੇ ਬਰਾਬਰ ਹੋਰ ਕਿਹਦਾ ਨਾਮ ਬੋਲਦਾ, ਕਿਹਦਾ ਨਾਮ ਬੋਲਦਾ ਮੇਰੇ ਬਰਾਬਰ। ਪ੍ਰਧਾਨ ਮੈਨੂੰ ਬਣਾਓ ਸੰਤ ਸਮਾਜ ਦਾ, ਪ੍ਰਧਾਨ ਮੈਨੂੰ ਬਣਾਓ ਕਥਾਵਾਚਕਾਂ ਦਾ, ਪ੍ਰਧਾਨ ਮੈਨੂੰ ਬਣਾਓ ਕੀਰਤਨੀਆਂ ਦਾ। ਚੱਲਦਾ ਨਾ ਕੰਮ, ਇਹ ਉਦੋਂ ਵੀ ਚੱਲਦਾ ਸੀ। ਸੁਖਦੇਵ ਨੇ ਸੁਣਿਆ, ਉਹਨੇ ਕਿਹਾ 12 ਸਾਲ ਮੈਂ ਚੰਬਲ ਲਾ ਕੇ ਰੱਖਿਆ ਤੇ ਆਹ ਬੰਦਾ ਰਾਣੀਆਂ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਤੇ ਰਾਜ ਕਰਦਾ ਪਿਆ ਜਨਕ ਤੇ ਰਾਜ ਲੱਗੀ ਤੇ ਬਹਿ ਕੇ ਬ੍ਰਹਮ ਗਿਆਨੀ ਬਣਿਆ ਫਿਰਦਾ ਹੈ। ਕਿੱਥੋਂ ਬਣ ਗਿਆ ਬ੍ਰਹਮ ਗਿਆਨੀ? ਈਰਖਾ ਜਿਹੜੀ ਹੈ ਨਾ, ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ ਮਹਾਰਾਜ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੀ ਈਰਖਾ ਹੈ, ਜਦੋਂ ਬੰਦਾ ਬ੍ਰਹਮ ਗਿਆਨੀ ਬਣਦਾ ਹੈ ਨਾ ਤੇ ਇੱਕ ਪੈਰ ਉਹਦਾ ਰੱਬ ਦੇ ਘਰ ਵਿੱਚ ਆ ਜਾਏ ਤੇ ਪਿਛਲਾ ਪੈਰ ਪਿੱਛੇ ਹੋਵੇ ਤੇ ਪਿਛਲੇ ਨੂੰ ਵੀ ਫੜ ਕੇ ਰੱਖਦੀ ਹੈ, ਕਿੰਨੀ ਦੂਰ ਤੱਕ ਜਾਂਦੀ ਹੈ। ਇਹ ਬੜੀ ਬਿਮਾਰੀ ਹੈ। ਦੂਜੀਆਂ ਚੀਜ਼ਾਂ ਅਸੀਂ ਛੱਡ ਦਿਆਂਗੇ, ਸ਼ਰਾਬ ਨੇ ਇੱਥੇ ਪੀ ਕੇ ਆ ਗਿਆ ਉਹਨੇ ਕੁੱਟਿਆ ਜਾਣਾ, ਹੋਰ ਕੋਈ ਨੰਗੇ ਸਿਰ ਆ ਗਿਆ ਉਹਨੂੰ ਕਹਾਂ। ਮੈਂ ਨਹੀਂ ਕਹਿੰਦਾ ਵੀ ਨੰਗੇ ਸਿਰ ਆਏ ਜਾਂ ਸ਼ਰਾਬ ਪੀ ਕੇ, ਮੇਰਾ ਮਤਲਬ ਕਿ ਉਹ ਚੀਜ਼ਾਂ ਅਸੀਂ ਝੱਟ ਸਾਹਮਣੇ ਕਹਿ ਚੁੱਕੇ। ਕੋਈ ਆਪ ਮਿਲਾਏ ਲਏ ਪ੍ਰਭ ਸੋਈ, ਉਹ ਤਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਸ੍ਰੀਦਾ ਭਗਵਾਨ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ। ਹੁਣ ਉਹਦੇ ਆਉਣ ਦਾ ਮਕਸਦ ਕੀ ਹੈ? ਜਨ ਆਉਣ ਦਾ ਵੀ ਹੈ ਸੁਭਾਅ ਮੈਨੇ ਮਕਸਦ। ਮਤਲਬ ਕੀ ਹੈ ਸਭ ਦਾ? ਜਿਹੜੀ ਆਪਾਂ ਘੰਟਾ ਜਿੰਨਾ ਚਿਰ ਹੋਇਆ ਗੱਲ ਕੀਤੀ ਹੈ, ਉਹਦਾ ਬਾਣੀ ਕੋਈ ਸਰੂਪ ਕੀ ਹੈ? ਉਹ ਜਨ ਆਮਨ ਕਾ ਇਹ ਸੁਆਓ, ਜਨ ਕਾ ਸੰਗ ਚਿਤ ਆਵੇ ਨਾਉ ਆਪਣੇ ਆਪ ਚਿਤ ਆਵੇਗਾ ਤੁਹਾਨੂੰ। ਨਹੀਂ ਵੀ ਤੁਸੀਂ ਨਾਮ ਨੂੰ ਜਾਣਦੇ ਤਾਂ ਵੀ ਤੁਸੀਂ ਕਹੋਗੇ ਇਹ ਕੀ ਹੈ ਜੋ ਮੇਰੇ ਅੰਦਰ ਸੁੱਖ ਜਿਹਾ ਵਰਤ ਗਿਆ, ਇੱਕਦਮ ਠੰਡ ਪੈ ਗਈ। ਜਨ ਕਾ ਸੰਗ ਚਿਤ ਆਵੇ ਨਾਉ ਆਪ ਮੁਕਤ। ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣ,
सगले होए सुख हर नाम ते आवे। ਇਹ ਕੱਚਾ ਮਿੱਟੀ ਦਾ ਚੁੱਲ੍ਹਾ ਹੈ ਜੀ, ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਹਨ ਜੀ। ਬਾਕੀ ਸਮਾਗਮ ਚੱਲ ਰਹੇ ਹਨ ਔਰ ਸੰਗਤ ਕਿਉਂਕਿ ਵਾਧੂ ਹੈ, ਇਸ ਕਰਕੇ ਤੰਦੂਰ ਬਾਲੇ ਗਏ ਹਨ ਅਤੇ ਇੱਥੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜੀ। ਗੁਰੂ ਸਾਹਿਬ ਦਾ ਫਰਮਾਨ ਹੈ, ਪਹਿਲਾ ਪੰਗਤ ਪਾਛੈ ਸੰਗਤ, ਭੁੱਖਿਆ ਭਗਤ ਨਾ ਕੀਜੈ, ਜੈ ਮਾਲਾ ਆਪਣੀ ਦੀਜੈ। ਸੋ ਦੂਰ ਦੁਰਾਡੇ ਤੋਂ ਜਿੰਨੀ ਵੀ ਸੰਗਤ ਆ ਰਹੀ ਹੈ ਉਹਨਾਂ ਦੇ ਲਈ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਹਨ। ਦਾਲ ਹੈ, ਛੋਲੇ ਹਨ, ਕੜੀ ਹੈ ਜਿਹਨੂੰ ਆਪਾਂ ਅੰਮ੍ਰਿਤੀ ਆਖਦੇ ਹਾਂ, ਸੋ ਤਿਆਰ ਹੋ ਰਹੇ ਹਨ। ਇਹ ਸੰਤਾਂ ਮਹਾਂਪੁਰਖਾਂ ਦਾ ਸਥਾਨ ਹੈ, ਇੱਥੋਂ ਕੋਈ ਵੀ ਖਾਲੀ ਨਹੀਂ ਜਾਂਦਾ। ਜਿਹਨੂੰ ਭੁੱਖ ਲੱਗੀ ਹੋਵੇ ਉਹ ਲੰਗਰ ਪ੍ਰਸ਼ਾਦੇ ਛਕ ਕੇ ਜਾਂਦਾ ਹੈ, ਜਿਹਨੂੰ ਆਤਮਿਕ ਭੁੱਖ ਲੱਗੀ ਹੋਵੇ ਉਹ ਵਾਹਿਗੁਰੂ 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 ਦਾ ਨਾਮ ਸਿਮਰਦਾ ਹੈ ਔਰ ਉਹਦੀ ਭੁੱਖ ਲੱਥ ਜਾਂਦੀ ਹੈ। ਜਹਾਂ ਦਾਣੇ ਤਹਾਂ ਖਾਣੇ। ਮਿੱਠੇ ਦੇ ਵਿੱਚ ਮਿਸ਼ਠਾਨ ਪ੍ਰਸ਼ਾਦ ਦੇ ਤੌਰ ਤੇ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਲੇਬੀਆਂ ਜਿਹੜੇ ਲੰਗਰ ਛਕਦੇ ਹਨ ਉਹਨਾਂ ਨੂੰ ਵੀ ਖਵਾਈ ਜਾਂਦੀ ਹੈ, ਛਕਾਈ ਜਾਂਦੀ ਹੈ ਔਰ ਜਦੋਂ ਘਰ ਪਰਤਦੇ ਨੇ ਤੇ ਉਹਨਾਂ ਨੂੰ ਪੈਕ ਕਰਕੇ ਦਿੱਤੀ ਜਾਂਦੀ ਹੈ ਤਾਂ ਕਿ ਜਿਹੜੇ ਘਰ ਦੇ ਜੀ ਨਹੀਂ ਆ ਸਕੇ ਹਨ ਉਹਨਾਂ ਦੇ ਮੂੰਹ ਮਿੱਠਾ ਪ੍ਰਸ਼ਾਦ ਲੱਗ ਜਾਵੇ। ਆਹ ਜਲੇਬੀਆਂ ਵੀ ਤੁਸੀਂ ਦੇਖੋ ਆਮ ਇਨਸਾਨਾਂ ਵਰਗੀ ਆ। ਆ ਜਦੋਂ ਪੱਕ ਰਹੀ ਆ ਅਜੇ ਇਹਦਾ ਜੀਵਨ ਫੋਕਾ ਆ, ਇਨਸਾਨ ਵਾਕਣ, ਆਮ ਮਨੁੱਖ ਵਾਕਣ ਤਪ ਰਹੀ ਹੈ, ਮਿਹਨਤ ਕਰ ਰਹੀ ਹੈ, ਸਟਰਗਲ ਕਰ ਰਹੀ ਹੈ, ਨਾਮ ਜਪ ਰਹੀ ਹੈ। ਜਦੋਂ ਇਹਨੇ ਅੱਗ ਦੀ ਭੱਠੀ ਦੇ ਵਿੱਚ ਤਪ ਜਾਣਾ, ਪੂਰਾ ਪੱਕ ਜਾਣਾ, ਫਿਰ ਇਹਨਾਂ ਨੇ ਸਾਧੂ ਸੰਤਾਂ ਦੀ, ਮਹਾਂਪੁਰਖਾਂ ਦੀ, ਨਾਮ ਜਪਣ ਵਾਲੀ ਰੂਹਾਂ ਦੀ ਜਦੋਂ ਸੰਗਤ ਕਰਨੀ ਹੈ, ਭਾਵ ਆ ਜਿਹੜੀ ਮਿੱਠੀ ਰਸਦ ਹੈ ਇਹਦੇ ਵਿੱਚ ਮਿਕਸ ਹੋ ਜਾਣਾ ਆ ਇੱਦਾਂ, ਫਿਰ ਇਹਨੇ ਵੀ ਸਾਧੂ ਦੇ ਨਾਲ ਰਲ ਕੇ ਸਾਧੂ ਬਣ ਜਾਣਾ, ਮਿੱਠਾ ਹੋ ਜਾਣਾ, ਕੋੜੇ ਨਹੀਂ ਰਹਿਣਾ। ਬਿਨਾਂ ਇਸ ਮਿੱਠੀ ਰਸਦ ਦੇ ਇਹ ਜਲੇਬੀ ਦੀ ਕੋਈ ਉਕਤ ਨਹੀਂ ਆ। ਸੋ ਭਾਵ ਸੇਮ ਮਨੁੱਖ ਵਰਗਾ ਵੀ ਇਹੀ ਹਾਲ ਹੈ, ਉਹ ਆਪ ਜਿੱਥੇ ਮਰਜ਼ੀ ਤੁਰਿਆ ਰਹੇ ਪਰ ਜਦੋਂ ਤੱਕ ਨਾਮ ਜਪਣ ਵਾਲੇ ਮੋੜ 'ਤੇ ਨਹੀਂ ਆਉਂਦਾ, ਸਾਧੂ ਸੰਤਾਂ ਦੀ ਸੰਗਤ ਨਹੀਂ ਕਰਦਾ, ਨਿਤਨੇਮ ਨਾਲ ਨਹੀਂ ਜੁੜਦਾ, ਉਹਦੀ ਕੋਈ ਉਕਤ ਨਹੀਂ ਹੈ। ਬਾਹਰ ਜਿੰਨਾ ਮਰਜ਼ੀ ਭੱਜਿਆ ਜਾਵੇ, ਘੁੰਮਦਾ ਰਹੇ, ਕੋਈ ਉਕਤ ਨਹੀਂ। ਆਹ ਦੇਖੋ ਫਿਰ ਤਿਆਰ ਹੋ ਕੇ ਕਿਵੇਂ ਸਜੀਆਂ ਜਾਂਦੀਆਂ ਥਾਲਾਂ, ਲੋਕੀ ਖਾਂਦੇ ਵੀ ਹਨ ਤੇ ਪੈਕ ਕਰਾ ਕੇ ਵੀ ਲੈ ਜਾਂਦੇ ਹਨ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਾਧੂ ਸੰਤਾਂ ਮਹਾਂਪੁਰਖਾਂ ਦੀ ਸੰਗਤ ਬਖਸ਼ਣ, ਅਸੀਂ ਵੀ ਐਵੇਂ ਮਿੱਠੇ ਹੋ ਜਾਈਏ, ਸਾਡਾ ਜੀਵਨ ਵੀ ਮਿੱਠਾ ਹੋ ਜਾਵੇ। ਸੰਗਤਾਂ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਆਈਆਂ ਹਨ ਤੇ ਭਰ ਰਹੀਆਂ ਹਨ, ਲੰਗਰ ਛਕ ਰਹੀਆਂ ਹਨ ਅਤੇ ਸੇਵਾਦਾਰ ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ। ਜਹਾਂ ਦਾਣੇ ਤਹਾਂ ਖਾਣੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਸਮਾਗਮ ਦੇ ਵਿੱਚ ਸ਼ਾਮਲ ਹੋਈ। ਪ੍ਰਬੰਧਕਾਂ ਵੱਲੋਂ ਬਹੁਤ ਸੋਹਣੇ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਗਏ ਅਤੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਲੰਗਰ ਪ੍ਰਸ਼ਾਦੇ ਛਕਾਏ ਗਏ ਜੀ। ਸ਼ਰਧਾ ਸੇਵਾ ਭਾਵਨਾ ਦੇ ਨਾਲ ਆਈਆਂ ਹੋਈਆਂ ਸੰਗਤਾਂ ਨੇ ਲੰਗਰ ਛਕਦੇ ਹੋਏ ਸੰਗਤਾਂ ਦੇ ਝੂਠੇ ਭਾਂਡੇ ਸਾਫ਼ ਕਰਕੇ ਆਪਣਾ ਮਨ ਨਿਰਮਲ ਕੀਤਾ। ਮਨ ਦੀ ਮੈਲ ਨੂੰ ਦੂਰ ਕਰਨ ਦਾ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਜੋ ਕਿ ਸਾਨੂੰ ਸਾਡੀ ਗੁਰਮਤ ਸਾਨੂੰ ਰਾਹ ਦਿਖਾਉਂਦੀ ਹੈ ਜੀ। ਇੰਦਰੀ ਦੇ ਵਿੱਚ ਜਿੰਦਲ ਮਲਟੀ ਸਪੈਸ਼ਲਿਟੀ ਹਸਪੀਟਲ ਵੱਲੋਂ ਇੱਥੇ ਫ੍ਰੀ ਮੈਡੀਸਿਨ ਜਿਹੜਾ ਦੇਣ ਦੇ ਲਈ ਕੈਂਪ ਲਗਾਇਆ ਗਿਆ, ਜਿੱਥੇ ਫ੍ਰੀ ਦਵਾਈਆਂ ਵੰਡੀਆਂ ਜਾ ਰਹੀਆਂ ਸਨ। ਡਾਕਟਰ ਸਾਹਿਬ ਵੀ ਬੈਠੇ ਹੋਏ ਸਨ। ਜਿਹੜੇ ਡਾਕਟਰ ਸਾਹਿਬ ਬੈਠੇ ਸਨ ਉਹ ਬੈਠ ਕੇ ਪਹਿਲੇ ਰੋਗੀ ਨੂੰ ਉਹਦੀ ਬਿਮਾਰੀ ਪੁੱਛਦੇ ਸਨ, ਉਹ ਆਪਣੀ ਤਕਲੀਫ ਦੱਸਦਾ ਸੀ, ਫਿਰ ਉਸ ਦੇ ਮੁਤਾਬਕ ਉਸ ਨੂੰ ਦਵਾਈ
ਲਿਖ ਦਿੰਦੇ ਸਨ ਅਤੇ ਉਹ ਦਵਾਈ ਦਾ ਲਿਖਿਆ ਹੋਇਆ ਪਰਚਾ ਲੈ ਕੇ ਦਵਾਈ ਲੈਣ ਵਾਲੀ ਥਾਂ 'ਤੇ ਉਹ ਪੇਸ਼ੈਂਟ ਜਾਂਦਾ ਸੀ ਔਰ ਉਹਨੂੰ ਬਿਲਕੁਲ ਫ੍ਰੀ ਆਫ ਕਾਸਟ ਦਵਾਈਆਂ ਦਿੱਤੀਆਂ ਜਾਂਦੇ ਸਨ। ਫ੍ਰੀ ਦਵਾਈਆਂ ਵੰਡਣਾ ਵੀ ਇੱਕ ਬੜੀ ਉੱਤਮ ਸੇਵਾ ਹੈ ਜੀ। ਨੌਜਵਾਨ ਵੀਰਾਂ ਵੱਲੋਂ ਇੱਥੇ ਜਲਜੀਰੇ ਦੀ ਸੇਵਾ ਚੱਲ ਰਹੀ ਹੈ। ਖੱਟਾ ਮਿੱਠਾ ਪਾਣੀ ਸੀ ਕਿਉਂਕਿ ਮੌਸਮ ਥੋੜ੍ਹਾ ਜਿਹਾ ਪਿਆਸ ਵਾਲਾ ਹੈਗਾ ਸੀਗਾ। ਜਿੰਨੇ ਵੀ ਸੰਗਤ ਬਾਹਰੋਂ ਚੱਲ ਕੇ ਆ ਰਹੀਆਂ ਸਨ ਜਾਂ ਸੇਵਾ ਕਰ ਰਹੀਆਂ ਸਨ ਅਤੇ ਪਿਆਸ ਲੱਗਣ 'ਤੇ ਉਹ ਜਲਜੀਰਾ ਇਹ ਵਾਲਾ ਪਾਣੀ ਜਲ ਜਿਹੜਾ ਪੀਂਦੇ ਸਨ।